सतगुर होए दयाल त शरदा पूरिय। सतगुर होए दयाल न कबहू चूरिय। सतगुर होए दयाल तां दुख ना जानिए। सतगुर होए दयाल तां हर रंग मानिए। सतगुर होए दयाल तां जम का डर किया। सतगुर होए दयाल तां सद ही सुख देहा। सतगुर होए दयाल तां नव निध पाइयै। सतगुर होए दयाल तां सच समाइयै। वाहिगुरु इक ओंकार सतगुर प्रसाद। राम कली की वार राय बलवंड तथा सत्तै डूम आखी। नाउं करता कादर करे। क्यों बोल होवै जोखी हुंदै। दे गुना सत भैन पराव है। पारंगत दान पड़ीव दै। इक ओंकार सतगुर प्रसाद। वो वाहिगुरु एक है ਅਤੇ सतगुरु की किरपा द्वारा ही वो प्राप्त होता है। सतगुर प्रसाद सतगुरु की किरपा द्वारा उसकी प्राप्ति होती है। आओ अज सतगुरु जी की किरपा सदका राम कली की वार जो राय बलवंड तथा सत्तै डूम आखी। आओ इसके विचार सतगुरु की किरपा सदका ये आज शुरू हो रही है। सतगुरु अगे अरदास है कि आप ही किरपा करके अपना हाथ सिर ते रख के आप ही किरपा करन तां जो ये सतगुरु की बख्शी हुई अगम्य बाणी जो है उसकी विचार कर सकीए। सतगुरु अगे सदा ही ये अरदास है कि जो सतगुरु जी का आशे अनुसार असी सतगुरु की बख्शी हुई बाणी की विचार कर सकीए। ये वार राय बलवंड अते सत्ते डूम जी की उचारी हुई है, क्योंकि इस वार के ऊपर जो हैडिंग है राम कली की वार। रामकली राग दे विच राय बलवंड तथा सत्तै डूम। राय बलवंड तथा अते सत्तै डूम दी आखी हुई। सत्तै डूम सत्ता रबाबी इन्हां ने दोनों ने रल के ये जो वार है ये गुरु अर्जन साहब जी की हजूरी दे विच उचारी। नाउं करता कादर करे। क्यों बोल होवै जोखी हुंदै।
ਜਿਸਦਾ ਨਾਉ ਉੱਚਾ ਉਹ ਕਰਤਾ ਕਾਦਰ ਉਹ ਵਾਹਿਗੁਰੂ ਕਰੇ। ਕਰਤਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਕਾਦਰ ਇਸ ਕੁਦਰਤ ਦਾ ਮਾਲਕ ਵਾਹਿਗੁਰੂ, ਜਿਸ ਦੀ ਉਹ ਵਡਿਆਈ ਪੈਦਾ ਕਰ ਦੇਵੇ, ਜਿਸ ਦਾ ਉਹ ਨਾਉ ਉੱਚਾ ਕਰ ਦੇਵੇ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੈ ਜੋ ਕੀਮਦਾ। ਜਿਸ ਦੀ ਉਹ ਵਡਿਆਈ ਕਰਤਾ ਪੁਰਖ ਉੱਚੀ ਕਰ ਦੇਵੇ, ਜਿਸ ਦਾ ਨਾਮ ਨਾ ਉਹ ਕਰਤਾ ਪੁਰਖ ਉੱਚਾ ਕਰ ਦੇਵੇ, ਜਿਸ ਦੀ ਵਡਿਆਈ ਉਹ ਵਾਹਿਗੁਰੂ ਪੈਦਾ ਕਰ ਦੇਵੇ, ਜਿਸ ਦੀ ਉਹ ਸ਼ੋਭਾ ਵਾਹਿਗੁਰੂ ਪੈਦਾ ਕਰ ਦੇਵੇ। ਤਾਂ ਬਲਵੰਡ ਜੀ ਕਹਿ ਰਹੇ ਹਨ, ਕਿਉਂ ਬੋਲ ਹੋਵੈ ਜੋ ਕੀਮਦਾ। ਜੋ ਕੀਮਦਾ ਜੋਖਣਾ, ਤੋਲਣਾ। ਫਿਰ ਇਹੋ ਜਿਹਾ ਕਿਹੜਾ ਬੋਲ ਹੈ ਜਿਹੜੇ ਬੋਲ ਦੇ ਰਾਹੀਂ ਉਹਨਾਂ ਦੀ ਵਡਿਆਈ ਜੋ ਹੈ ਉਸ ਨੂੰ ਜੋਖਿਆ ਜਾ ਸਕੇ, ਉਸ ਦੀ ਕੀਮਤ ਪਾਈ ਜਾ ਸਕੇ। ਇਹ ਬਲਵੰਡ ਜੀ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਹੋਏ ਕਹਿ ਰਹੇ ਹਨ, ਕਿਉਂਕਿ ਇਹ ਜੋ ਵਾਰ ਹੈ ਇਸ ਦੀਆਂ 8 ਪੌੜੀਆਂ ਹਨ। ਪਹਿਲੀਆਂ 3 ਪੌੜੀਆਂ ਜੋ ਹਨ ਉਹ ਬਲਵੰਡ ਜੀ ਦੀਆਂ ਹਨ ਅਤੇ ਪਿਛਲੀਆਂ ਜੋ 5 ਪੌੜੀਆਂ ਹਨ ਉਹ ਸੱਤਾ ਜੀ ਦੀਆਂ ਹਨ। ਬਲਵੰਡ ਜੀ ਆਪਣੀ ਪਹਿਲੀਆਂ 3 ਪੌੜੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਤੇ ਗੁਰੂ ਅੰਗਦ ਦੇਵ ਜੀ ਦੀ ਉਸਤਤ ਕਰਦੇ ਹਨ, ਉਹਨਾਂ ਦੀ ਵਡਿਆਈ ਕਰਦੇ ਹਨ। ਅਤੇ ਚੌਥੀ ਪੌੜੀ ਤੋਂ ਫਿਰ ਸੱਤਾ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਫਿਰ ਸ਼ੁਰੂ ਕਰਕੇ, ਦੁਬਾਰਾ ਸ਼ੁਰੂ ਕਰਕੇ, ਕਿਉਂਕਿ ਭਾਈ ਬਲਵੰਡ ਜੀ ਨੇ ਪੌੜੀ ਨੰਬਰ 1 ਤੋਂ ਲੈ ਕੇ 2 ਅਤੇ 3 ਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਗਾਈ, ਫਿਰ ਗੁਰੂ ਅੰਗਦ ਦੇਵ ਜੀ ਦੀ। ਚੌਥੀ ਪੌੜੀ ਦੇ ਵਿੱਚ ਫਿਰ ਸੱਤਾ ਜੀ ਸ਼ੁਰੂ ਕਰਦੇ ਹੋਏ ਫਿਰ ਗੁਰੂ ਨਾਨਕ ਦੇਵ ਜੀ ਦੀ ਉਸਤਤ ਤੋਂ ਸ਼ੁਰੂ ਕਰਦੇ ਹਨ। ਤੋ ਇਹ ਪਹਿਲੀ ਪੌੜੀ ਜੋ ਹੈ ਭਾਈ ਬਲਵੰਡ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਦੇ ਵਿੱਚ ਹੈ। ਤੋ ਭਾਈ ਬਲਵੰਡ ਜੀ ਇੱਥੇ ਕਹਿ ਰਹੇ ਹਨ ਕਿ ਜਿਸ ਗੁਰੂ ਦਾ ਨਾਮਨਾ ਉਹ ਵਾਹਿਗੁਰੂ ਉੱਚਾ ਕਰ ਦੇਵੇ। ਕਿਹੜੇ ਗੁਰੂ? ਗੁਰੂ ਨਾਨਕ ਦੇਵ ਜੀ। ਫਿਰ ਉਹਨਾਂ ਦੀ ਵਡਿਆਈ ਕੌਣ ਕਹਿ ਸਕਦਾ ਹੈ? ਕਿਹੜਾ ਬੋਲ ਦੇ ਨਾਲ ਉਹਨਾਂ ਦੀ ਵਡਿਆਈ ਜੋਖੀ ਜਾ ਸਕਦੀ ਹੈ? ਅਰਥਾਤ ਉਹਨਾਂ ਦੀ ਵਡਿਆਈ ਦਾ ਬੋਲ ਕਿਹਾ ਹੀ ਨਹੀਂ ਜਾ ਸਕਦਾ। ਜਿਸ ਦੀ ਵਡਿਆਈ ਉਹ ਵਾਹਿਗੁਰੂ ਆਪ ਉੱਚੀ ਕਰ ਦੇਵੇ, ਜਿਸ ਦੇ ਨਾਮ ਨਾਲ ਉਹ ਵਾਹਿਗੁਰੂ ਆਪ ਉੱਚਾ ਕਰ ਦੇਵੇ, ਉਸ ਦੀ ਵਡਿਆਈ ਕਹੀ ਹੀ ਨਹੀਂ ਜਾ ਸਕਦੀ। ਦੇ ਗੁਣਾ 7 ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਪਾਰੰਗਤ, ਪਾਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ। ਗਤ ਉੱਚੀ ਆਤਮਿਕ ਅਵਸਥਾ। ਦਾਨ ਬਖਸ਼ਿਸ਼ ਪੜੀਵਦੈ ਪ੍ਰਾਪਤ ਕਰਨ ਲਈ। ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜਿਸ ਉੱਚੀ ਆਤਮਿਕ ਅਵਸਥਾ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਦੇ ਗੁਣਾ 7 ਇਹ ਲੋਕ ਜੋ ਹਨ, ਦੇ ਦੈਵੀ ਗੁਣਾ, ਗੁਣ ਦੈਵੀ ਗੁਣ, 7 ਆਦਿਕ, 7 ਸੰਤੋਖ, ਦਇਆ, ਧਰਮ, ਧੀਰਜ ਆਦਿ ਗੁਣ ਪੈਦਾ ਕਰਨੇ। ਇਸ ਸੰਸਾਰ ਸਮੁੰਦਰ ਤੋਂ ਪਾਰੰਗਤ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜਿਹੜੀ ਉੱਚੀ ਆਤਮਿਕ ਅਵਸਥਾ ਦੀ
ਬਖਸ਼ਿਸ਼ ਪ੍ਰਾਪਤ ਕਰਨ ਲਈ ਸਾਰੇ ਲੋਕ ਆਪਣੇ ਵਿੱਚ ਇਹ ਦੈਵੀ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ ਪੈਦਾ ਕਰਦੇ ਹਨ। ਇਹ ਇਹੋ ਜਿਹੇ ਗੁਣ ਜੋ ਹਨ ਭੈਣ ਭਰਾਵ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਅੰਦਰ ਤਾਂ ਇਹ ਭੈਣ ਭਰਾ ਹਨ। ਇਹ ਸਤਿਗੁਰੂ ਜੀ ਦੇ ਅੰਦਰ ਤਾਂ ਇਹ ਗੁਣ ਉਸ ਵਾਹਿਗੁਰੂ ਵੱਲੋਂ ਹੀ ਆਪੇ ਬਖਸ਼ਿਸ਼ ਕੀਤੇ ਹੋਏ ਹਨ। ਇਹਨਾਂ ਗੁਣਾਂ ਦੀ ਪ੍ਰਾਪਤੀ ਕਰਕੇ ਜੋ ਉੱਚੀ ਆਤਮਿਕ ਅਵਸਥਾ ਬਾਕੀ ਲੋਕ ਪ੍ਰਾਪਤ ਕਰਦੇ ਹਨ, ਪਰ ਇਹ ਗੁਣ ਜੋ ਹਨ ਦੇ ਗੁਣਾ ਦੇ ਦੈਵੀ ਦੇ ਗੁਣਾ ਸਤ ਭੈਣ ਭਰਾਵ ਹੈ। ਇਹ ਇਹੋ ਜਿਹੇ ਗੁਣ ਜੋ ਹਨ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਤਾਂ ਸੁੱਤੇ ਸਿਰ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਅੰਦਰ ਪੈਦਾ ਹੋਏ ਹਨ। ਨਾਨਕ ਰਾਜ ਚਲਾਇਆ ਸੱਚ, ਸੱਚ ਕੋਟ ਸਤਾਣੀ ਨੀਵੰਦੈ। ਨਾਨਕ ਕੱਕੇ ਨੂੰ ਸਿਆਰੀ ਹੈ। ਗੁਰੂ ਨਾਨਕ ਦੇਵ ਜੀ ਨੇ, ਸਤਿਗੁਰੂ ਨਾਨਕ ਦੇਵ ਜੀ ਨੇ ਰਾਜ ਚਲਾਇਆ, ਇਹ ਧਰਮ ਦਾ ਰਾਜ ਚਲਾਇਆ। ਸੱਚ ਕੋਟ ਇੱਥੇ ਅਤੇ ਸੱਚ ਰੂਪ ਕਿਲਾ ਪੈਦਾ ਕਰਕੇ ਸਤਾਣੀ ਨੀਵੰਦੈ। ਸਤਾਣੀ ਪੱਕੀ, ਤਾਣ ਵਾਲੀ, ਬਲ ਵਾਲੀ, ਨੀਂਵ ਦਾ ਪੱਕੀ ਨੀਂਵ ਪੈਦਾ ਕਰਕੇ ਸੱਚ ਦਾ ਕੋਟ, ਸੱਚ ਰੂਪ ਕੋਟ ਬਣਾ ਕੇ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹ ਧਰਮ ਦਾ ਰਾਜ ਚਲਾਇਆ। ਲਹਿਣੇ ਧਰਿਓ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਅਤੇ ਲਹਿਣਾ ਜੀ ਦੇ ਸਿਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਧਰਿਓਣ, ਉਹਨ ਧਰਿਆ, ਉਹਨਾਂ ਨੇ ਧਰਿਆ, ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ। ਭਾਈ ਲਹਿਣਾ ਜੀ ਦੇ ਸਿਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਛੱਤਰ ਚਲਾ ਦਿੱਤਾ। ਕਾਹਦਾ ਛੱਤਰ? ਗੁਰਿਆਈ ਦਾ ਛੱਤਰ। ਭਾਈ ਲਹਿਣਾ ਜੀ ਉਸ ਵੇਲੇ ਕੀ ਕਰ ਰਹੇ ਸਨ ਜਿਨ੍ਹਾਂ ਦੇ ਉੱਤੇ ਉਦੋਂ ਛੱਤਰ ਚਲਾਇਆ? ਭਾਈ ਬਲਵੰਤ ਜੀ ਕਹਿ ਰਹੇ ਹਨ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਭਾਈ ਲਹਿਣਾ ਜੀ ਉਸ ਵਾਹਿਗੁਰੂ ਦੀ ਸਿਫਤ ਕਰਕੇ ਅੰਮ੍ਰਿਤ ਪੀ ਰਹੇ ਹਨ। ਉਸ ਵਾਹਿਗੁਰੂ ਦੀਆਂ ਸਿਫਤਾਂ ਕਰ ਕਰਕੇ ਉਸ ਵਾਹਿਗੁਰੂ ਦਾ ਆਤਮਿਕ ਜੀਵਨ ਦੇਣ ਵਾਲਾ ਜਲ ਪੀ ਰਹੇ ਹਨ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਸਿਰ ਉੱਪਰ ਗੁਰਿਆਈ ਦਾ ਛੱਤਰ ਚਲਾ ਦਿੱਤਾ, ਕਿਉਂਕਿ ਭਾਈ ਲਹਿਣਾ ਜੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੇ ਹਨ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਉੱਤੇ ਗੁਰਿਆਈ ਦਾ ਛੱਤਰ ਚਲਾਇਆ, ਕਿਉਂਕਿ ਜਿਸ ਨੂੰ ਸਿਫਤ ਸਲਾਹਾਂ ਮਿਲ ਜਾਂਦੀਆਂ ਨੇ ਉਹ ਤਾਂ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਕਿਉਂਕਿ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਦਾ ਫੁਰਮਾਨ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਨੂੰ ਉਹ ਵਾਹਿਗੁਰੂ ਸਿਫਤ ਸਲਾਹਾਂ ਬਖਸ਼ ਦਿੰਦਾ ਹੈ ਉਹ ਤਾਂ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਤੋ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਉਸ ਵੇਲੇ
ਭਾਈ ਲਹਿਣਾ ਜੀ ਸਿਫਤਾਂ ਕਰਕੇ, ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਕੇ ਉਸ ਵਾਹਿਗੁਰੂ ਦਾ ਅੰਮ੍ਰਿਤ ਨਾਮ ਪੀ ਰਹੇ ਸਨ। ਉਹਨਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤਰ ਚਲਾ ਦਿੱਤਾ। ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪ੍ਰਾਕੂਏ ਜੀ ਦੈ। ਮਤ ਗੁਰ ਆਤਮ ਦੇਵ ਦੀ, ਗੁਰ ਆਤਮ ਦੇਵ, ਆਤਮ ਦੇਵੋ ਵਾਹਿਗੁਰੂ, ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਮੱਤ ਰੂਪੀ ਤਲਵਾਰ ਲੈ ਕੇ, ਮੱਤ ਖੜਗ, ਖੜਗ ਤਲਵਾਰ, ਜ਼ੋਰ, ਜ਼ੋਰ ਦੇ ਨਾਲ, ਪ੍ਰਾਕੂਏ ਤਾਕਤ ਦੇ ਨਾਲ, ਗੁਰੂ ਨਾਨਕ ਦੇਵ ਜੀ ਨੇ ਮਤ ਗੁਰ ਆਤਮ ਦੇਵ ਦੀ, ਖੜਗ ਗੁਰੂ ਅਕਾਲ ਪੁਰਖ ਦੀ ਮੱਤ ਰੂਪੀ ਤਲਵਾਰ ਲੈ ਕੇ ਤਾਕਤ ਦੇ ਨਾਲ, ਜ਼ੋਰ ਦੇ ਨਾਲ ਭਾਈ ਲਹਿਣਾ ਜੀ ਦੇ ਅੰਦਰੋਂ ਪੁਰਾਣੀ ਜੀਵ ਜੁਗਤ ਕੱਢ ਕੇ, ਪੁਰਾਣੀ ਰਹਿਣੀ ਬਹਿਣੀ ਖਤਮ ਕਰਕੇ ਜੀ ਦਾ ਨਵੀਂ ਜੀਵ ਆਤਮਾ, ਨਵਾਂ ਆਤਮਕ ਜੀਵਨ ਅੰਦਰ ਪੈਦਾ ਕਰ ਦਿੱਤਾ। ਕਿਹਨਾਂ ਨੇ ਪੈਦਾ ਕੀਤਾ? ਗੁਰੂ ਨਾਨਕ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਨੇ ਉਸ ਗੁਰੂ ਅਕਾਲ ਪੁਰਖ ਦੀ ਮੱਤ ਦੇ ਨਾਲ, ਮੱਤ ਰੂਪੀ ਤਲਵਾਰ ਦੇ ਨਾਲ, ਜ਼ੋਰ ਦੇ ਨਾਲ, ਤਾਕਤ ਦੇ ਨਾਲ ਭਾਈ ਲਹਿਣਾ ਜੀ ਦੇ ਅੰਦਰ ਨਵਾਂ ਆਤਮਕ ਜੀਵਨ ਪੈਦਾ ਕਰ ਦਿੱਤਾ। ਮਤ ਗੁਰ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪ੍ਰਾਕੂਏ ਜੀ ਦੈ, ਜੀ ਦੈ ਨਵੀਂ ਆਤਮਕ ਜੀਵਨ ਦੇ ਕੇ ਉਹਨਾਂ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਚਲਾ ਦਿੱਤਾ। ਜਿਹੜੇ ਭਾਈ ਲਹਿਣਾ ਜੀ ਉਸ ਵਾਹਿਗੁਰੂ ਦੀਆਂ ਸਿਫਤ ਰੂਪੀ, ਸਿਫਤ ਸਲਾਹ ਰੂਪੀ ਅੰਮ੍ਰਿਤ ਪੀ ਰਹੇ ਸਨ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦੈ। ਗੁਰ ਚੇਲੇ, ਗੁਰ ਰਾਰੇ ਨੂੰ ਸਿਹਾਰੀ ਹੈ, ਨਾਨਕ ਕੱਕੇ ਨੂੰ ਵੀ ਸਿਹਾਰੀ ਹੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦੈ। ਗੁਰੂ ਨੇ, ਗੁਰੂ ਨਾਨਕ ਦੇਵ ਜੀ ਨੇ ਚੇਲੇ ਨੂੰ, ਚੇਲਾ ਭਾਈ ਲਹਿਣਾ ਜੀ, ਰਹਿ ਰਾਸ ਕੀ, ਰਹਿ ਰਾਸ ਨਮਸਕਾਰ ਕੀਤੀ। ਨਾਨਕ, ਨਾਨਕ ਨੇ, ਗੁਰੂ ਨਾਨਕ ਦੇਵ ਜੀ ਨੇ ਸਲਾਮਤ ਥੀਵੰਦੈ, ਸਲਾਮਤ ਥੀਵੰਦੈ। ਜਦੋਂ ਗੁਰੂ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਸਲਾਮਤ ਸਨ, ਆਪਣੀ ਜ਼ਿੰਦਗੀ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਗੁਰ ਚੇਲੇ ਰਹਿ ਰਾਸ ਕੀ, ਚੇਲੇ ਭਾਈ ਲਹਿਣਾ ਜੀ ਨੂੰ ਨਮਸਕਾਰ ਕਰਕੇ ਲਹਿਣੇ ਧਰਿਓਣ ਛੱਤ ਸਿਰ, ਭਾਈ ਲਹਿਣਾ ਜੀ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਚਲਾ ਦਿੱਤਾ। ਸਹਿ ਟਿੱਕਾ ਦਿੱਤੋਸ ਜੀਵੰਦੈ। ਸ਼ਹਿ, ਸ਼ਹਿ ਉਹ ਵਾਹਿ ਮਾਲਕ ਗੁਰੂ ਨਾਨਕ ਦੇਵ ਜੀ ਨੇ ਟਿੱਕਾ ਦਿੱਤੋਸ ਜੀਵੰਦੈ, ਜੀਵਦੇ ਹੀ ਆਪਣੀ ਸਲਾਮਤੀ ਦੇ ਵਿੱਚ ਹੀ, ਆਪਣੀ ਜ਼ਿੰਦਗੀ ਦੇ ਵਿੱਚ ਹੀ
ਭਾਈ ਲਹਿਣਾ ਜੀ ਨੂੰ ਗੁਰਿਆਈ ਦਾ ਟਿੱਕਾ ਬਖਸ਼ ਦਿੱਤਾ। ਗੁਰਿਆਈ ਦਾ ਟਿੱਕਾ ਹੈ ਕੀ ਹੈ? ਕਿਉਂਕਿ ਸਦ ਬਾਣੀ ਦੇ ਵਿੱਚ ਬਾਬਾ ਸੁੰਦਰ ਜੀ, ਜੋ ਕਿ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਨ ਵੇਲੇ ਉਸ ਵੇਲੇ ਮੌਜੂਦ ਸਨ ਗੁਰੂ ਅਮਰਦਾਸ ਜੀ ਦੇ ਕੋਲ, ਉਹ ਉਸ ਬਾਣੀ ਦੇ ਵਿੱਚ ਲਿਖਦੇ ਹਨ, ਰਾਮਦਾਸ ਸੋਢੀ ਤਿਲਕ ਦੀਆ, ਰਾਮਦਾਸ ਸੋਢੀ ਤਿਲਕ ਦੀਆ। ਰਾਮਦਾਸ ਸੋਢੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਿਆਈ ਦਾ ਤਿਲਕ ਦੇ ਦਿੱਤਾ। ਤਿਲਕ ਕੀ ਹੈ? ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰ ਸ਼ਬਦ, ਗੁਰੂ ਦੇ ਸ਼ਬਦ ਰੂਪੀ ਸੱਚ ਨਿਸ਼ਾਨ, ਸੱਚ ਨਿਸ਼ਾਨ ਸੱਚੀ ਰਾਹਦਾਰੀ, ਕਿ ਗੁਰੂ ਦਾ ਸ਼ਬਦ ਜੋ ਹੈ ਉਹ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਬਖਸ਼ ਦਿੱਤਾ ਹੈ। ਅਰਥਾਤ ਜੋ ਬਾਣੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਸੀ, ਗੁਰੂ ਅੰਗਦ ਸਾਹਿਬ ਜੀ ਦੇ ਆਪਣੇ 63 ਸ਼ਲੋਕ ਵੀ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ, ਗੁਰੂ ਨਾਨਕ ਸਾਹਿਬ ਜੀ ਦੀ ਜੋ ਬਾਣੀ ਸੀ, ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਸੌਂਪੀ, ਫਿਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਸੌਂਪੀ, ਫਿਰ ਗੁਰੂ ਅਮਰਦਾਸ ਜੀ ਨੇ ਉਹੀ ਬਾਣੀ ਦੀ ਪੋਥੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ। ਇਹ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਇਹ ਸੱਚੀ ਰਾਹਦਾਰੀ ਰੂਪੀ ਤਿਲਕ ਦੇ ਦਿੱਤਾ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਉਹ ਇੱਥੇ ਸਤਿਗੁਰੂ ਜੀ ਹੁਣ ਉਪਦੇਸ਼ ਕਰਦੇ ਹਨ, ਸ਼ਹਿ ਟਿੱਕਾ ਦਿੱਤੋਸ ਜੀਵਨ ਦਾ। ਸ਼ਹਿ ਮਾਲਕ ਨੇ, ਗੁਰੂ ਨਾਨਕ ਦੇਵ ਜੀ ਰੂਪੀ ਖਸਮ ਨੇ, ਮਾਲਕ ਨੇ ਟਿੱਕਾ ਦਿੱਤੋਸ ਭਾਈ ਲਹਿਣਾ ਜੀ ਨੂੰ ਟਿੱਕਾ ਦਿੱਤਾ। ਕਿਹੜਾ? ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਦੀ ਬਾਣੀ ਜੋ ਸਤਿਗੁਰੂ ਜੀ ਦੇ ਕੋਲ ਪੋਥੀ ਦੇ ਰੂਪ ਵਿੱਚ ਸੀ, ਉਹ ਗੁਰੂ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ, ਇਹ ਟਿੱਕਾ ਦਿੱਤਾ। ਸ਼ਹਿ ਟਿੱਕਾ ਦਿੱਤੋਸ ਜੀਵਨ ਦਾ। ਇਹ ਭਾਈ ਬਲਵੰਡ ਜੀ ਆਪਣੀ ਵਾਰ ਰਾਮਕਲੀ ਵਾਰ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਹੋਏ, ਤੇ ਜਿਨ੍ਹਾਂ ਨੂੰ ਉਹ ਨਾਮ ਨਾ ਵਾਹਿਗੁਰੂ ਪੈਦਾ ਜਿਨ੍ਹਾਂ ਦਾ ਕਰ ਦਿੰਦਾ ਹੈ, ਜਿਨ੍ਹਾਂ ਦਾ ਨਾਮ ਉਹ ਵਾਹਿਗੁਰੂ ਉੱਚਾ ਕਰ ਸਕਦਾ, ਉਹਨਾਂ ਦੀ ਵਡਿਆਈ ਦੇ ਵਿੱਚ ਭਾਈ ਬਲਵੰਡ ਜੀ ਕਹਿੰਦੇ ਹਨ, ਮੈਂ ਕੀ ਬੋਲ ਸਕਦਾ ਹਾਂ। ਉਹਨਾਂ ਦੀ ਵਡਿਆਈ ਮੈਂ ਕਰ ਹੀ ਨਹੀਂ ਸਕਦਾ, ਉਹਨਾਂ ਦੀ ਵਡਿਆਈ ਕਹੀ ਹੀ ਨਹੀਂ ਜਾ ਸਕਦੀ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਵਈਏ ਮਹੱਲੇ ਪੰਜਵੇਂ ਸ਼੍ਰੀ ਮੁੱਖ ਬਾਗ ਸਵਈਏ ਮਹੱਲਾ ਪੰਜਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਵਿਖਾਣ। ਇਹ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਸਿਫਤ ਸਲਾਹ ਕਰਦੇ ਹੋਏ ਕਹਿੰਦੇ ਹਨ, ਜਨ ਨਾਨਕ ਭਗਤ ਦਰ ਤੁਲ, ਦਰ ਤੇ ਪ੍ਰਵਾਨ ਹੋਏ ਨਾਨਕ ਜੀ, ਭਗਤ ਨਾਨਕ, ਜਨ ਸੇਵਕ ਨਾਨਕ, ਦਰ ਤੁਲ, ਦਰ ਤੇ ਪ੍ਰਵਾਨ ਹੋਏ, ਬ੍ਰਹਮ ਸੰਸਾਰ, ਉਸ ਬ੍ਰਹਮ ਦਾ ਹੀ ਰੂਪ, ਏਕ ਜੀ ਕਿਆ ਬਖਾਣ। ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਮੇਰੀ ਇੱਕ ਜੀਵ ਉਸ
ਗੁਰੂ ਨਾਨਕ ਦੀ ਕੀ ਵਡਿਆਈ ਬੋਲ ਸਕਦੀ ਹੈ, ਉਸ ਗੁਰੂ ਨਾਨਕ ਦੀ ਕੀ ਵਡਿਆਈ ਕਰ ਸਕਦੀ ਹੈ। ਹਾਂ ਕਿ ਬਲ 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 ਸਦ ਬਲਿਹਾਰ ਜੀਓ। ਮੈਂ ਤਾਂ ਉਸ ਗੁਰੂ ਨਾਨਕ ਤੋਂ ਸਦਾ ਬਲਿਹਾਰ 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 ਹੀ ਜਾ ਸਕਦਾ ਹਾਂ, ਮੈਂ ਉਸ ਗੁਰੂ ਨਾਨਕ ਦੀ ਵਡਿਆਈ ਨਹੀਂ ਕਰ ਸਕਦਾ। ਇੱਥੇ ਵੀ ਭਾਈ ਬਲਵੰਤ ਜੀ ਇਹੀ ਕਹਿ ਰਹੇ ਸਨ ਕਿ ਜਿਸ ਗੁਰੂ ਨਾਨਕ ਦਾ ਨਾਮ ਉਸ ਵਾਹਿਗੁਰੂ ਨੇ ਉੱਚਾ ਕਰ ਦਿੱਤਾ, ਉਸ ਤੇ ਵਡਿਆਈ ਦੇ ਵਿੱਚ ਮੈਂ ਕੀ ਬੋਲ ਸਕਦਾ ਹਾਂ। ਤੋ ਇਹ ਪਹਿਲੀ ਪੌੜੀ ਇਹ ਉਸ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੇ ਵਿੱਚ ਭਾਈ ਬਲਵੰਤ ਜੀ ਨੇ ਉਚਾਰੀ ਹੈ ਕਿ ਗੁਰਿਆਈ ਦਾ ਛਤਰ ਭਾਈ ਲਹਿਣਾ ਜੀ ਜੋ ਗੁਰੂ ਅੰਗਦ ਰੂਪ ਬਣ ਗਏ, ਉਹਨਾਂ ਨੂੰ ਗੁਰਿਆਈ ਬਖਸ਼ ਕੇ ਉਹਨਾਂ ਦੇ ਉੱਤੇ ਗੁਰਿਆਈ ਦਾ ਛਤਰ ਚਲਾ ਦਿੱਤਾ ਅਤੇ ਉਹਨਾਂ ਨੂੰ ਬਾਣੀ ਸੌਂਪ ਦਿੱਤੀ ਹੈ। ਬਾਣੀ ਰੂਪ ਟਿੱਕਾ ਜੋ ਹੈ ਇਹ ਉਹਨਾਂ ਨੂੰ ਸੌਂਪ ਦਿੱਤਾ। ਤੋ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਬਾਣੀ ਨਾਲ ਜੁੜੀਏ, ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਉਹ ਬਾਣੀ ਸੌਂਪੀ, ਉਹੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਹੈ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਉਹਨਾਂ ਦੀ ਉਚਾਰੀ ਹੋਈ ਬਾਣੀ, ਉਹਨਾਂ ਦੇ ਆਪਣੇ ਹੱਥੀਂ ਲਿਖੀ ਹੋਈ ਬਾਣੀ ਸਾਡੇ ਕੋਲ ਹੈ। ਸਤਿਗੁਰੂ ਦਾ ਸ਼ੁਕਰਾਨਾ ਕਰੀਏ ਕਿ ਬਾਣੀ ਆਪਣੀ ਉਹਨਾਂ ਨੇ ਸਾਨੂੰ ਆਪਣੇ ਹੱਥ ਲਿਖ ਕੇ ਆਪ ਉਚਾਰ ਕੇ ਸਾਨੂੰ ਬਖਸ਼ੀ ਹੈ। ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।